ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 21 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 20 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਨੈਗੂਰੇਟਡ ਇੰਡੀਆਜ਼ ਨਿਊ ਪਾਰਲੀਮੈਂਟ ਔਨ 28 ਮਈ 2023। ਤਾਂ ਇਹ ਆਪਾਂ ਨਿਊਜ਼ ਦੇ ਵਿੱਚ ਹਾਲ ਹੀ ਵਿੱਚ ਆਪਾਂ ਦੇਖਿਆ ਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਵੀਂ ਆਪਣੀ ਜਿਹੜੀ ਸੰਸਦ ਹੈ, ਨਵੀਂ ਪਾਰਲੀਮੈਂਟ ਹੈ, ਉਹਦਾ ਉਦਘਾਟਨ ਕੀਤਾ ਹੈ। ਤਾਂ ਇਹ ਤੁਹਾਨੂੰ ਡੇਟ ਪੁੱਛੀ ਜਾ ਸਕਦੀ ਕਿ ਕਦੋਂ ਕੀਤਾ, ਕਿਹੜੇ ਦਿਨ ਕੀਤਾ। ਤਾਂ 28 ਮਈ 2023 ਨੂੰ ਇਹਨੇ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਨੇ, ਠੀਕ ਹੈ ਜੀ, ਆਪਣੀ ਨਵੀਂ ਪਾਰਲੀਮੈਂਟ ਦਾ। ਠੀਕ ਹੈ ਜੀ, ਤਾਂ ਪਾਰਲੀਮੈਂਟ ਬਾਰੇ ਆਪਾਂ ਜਿੰਨੇ ਵੀ ਫੈਕਟ ਨੇ ਉਹ ਆਪਾਂ ਬੈਕ ਟੂ ਬੈਕ 1 ਬਾਏ 1 ਕਰਕੇ ਆਪਾਂ ਪੜ੍ਹਾਂਗੇ। ਠੀਕ ਹੈ ਜੀ, ਤਾਂ ਸਾਰੇ ਫੈਕਟ ਤੁਸੀਂ ਲਿਖ ਲਓ, ਕਿਉਂਕਿ ਇੱਥੋਂ ਕੁਐਸਚਨ ਬਣਨ ਦੇ 99% ਤੁਹਾਡੇ ਚਾਂਸਿਸ ਹੈ ਜਿਹੜੇ ਉਹ ਬਣ ਜਾਂਦੇ ਨੇ। ਠੀਕ ਹੈ ਜੀ, ਤਾਂ ਆਪਾਂ ਫਾਲਤੂ ਨਹੀਂ ਇਹਦੇ ਬਾਰੇ ਕੁਛ ਵੀ ਪੜ੍ਹਦੇ। ਜਿੰਨੀਆਂ ਵੀ ਤੁਹਾਡੀਆਂ ਇੰਪੋਰਟੈਂਟ ਡਿਟੇਲਸ ਨੇ, ਜਿੱਥੋਂ ਤੁਹਾਨੂੰ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ ਹੈ, ਤਾਂ ਸਿਰਫ ਉਹ ਡਿਟੇਲਸ ਆਪਾਂ ਇਹਦੇ ਵਿੱਚੋਂ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਤੁਹਾਡੇ ਉਹ ਦਿਨ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਉਹ ਡੇਟ ਪਤਾ ਹੋਣੀ ਚਾਹੀਦੀ। ਤਾਂ 28 ਮਈ ਹੈ ਉਹ, ਠੀਕ ਹੈ ਜੀ, 2023 ਨੂੰ, ਜਿਹੜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਕੀਤਾ। ਠੀਕ ਹੈ ਜੀ, ਤਾਂ ਇਹਦੀਆਂ ਪਿਕਸ ਵੀ ਤੁਸੀਂ ਦੇਖੀਆਂ ਹੋਣਗੀਆਂ। ਠੀਕ ਹੈ ਜੀ, ਤਾਂ ਇਹ ਆਪਾਂ ਅੱਗੇ ਦੇਖਦੇ ਹਾਂ, ਇਹਦੇ ਬਾਰੇ ਇੱਕ ਇੱਕ ਫੈਕਟ ਹੈ ਜਿਹੜਾ ਉਹ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਫਾਊਂਡੇਸ਼ਨ ਸਟੋਨ ਆਫ ਨਿਊ ਪਾਰਲੀਮੈਂਟ ਦਾ, ਇਹਦਾ ਫਾਊਂਡੇਸ਼ਨ ਸਟੋਨ ਕਦੋਂ ਰੱਖਿਆ ਗਿਆ ਸੀ? ਤਾਂ ਇਹ 10 ਦਸੰਬਰ 2020 ਨੂੰ ਇਹ ਰੱਖਤਾ ਸੀ। ਠੀਕ ਹੈ ਜੀ, 10 ਦਸੰਬਰ 2020 ਨੂੰ ਜਿਹੜਾ ਇਹਦਾ ਫਾਊਂਡੇਸ਼ਨ ਸਟੋਨ ਹੈ ਉਹ ਰੱਖ ਦਿੱਤਾ ਗਿਆ ਸੀ। ਠੀਕ ਹੈ ਜੀ, ਟੋਟਲ ਜਿਹੜੇ 2.5 ਸਾਲ ਇਹਨੂੰ ਪੂਰਾ ਹੋਣ 'ਤੇ ਲੱਗੇ ਨੇ। ਠੀਕ ਹੈ ਜੀ, ਜਿਹੜੀ ਆਪਣੀ ਨਵੀਂ ਪਾਰਲੀਮੈਂਟ ਹੈ, ਤਾਂ ਜਿਹੜਾ ਇਹਦਾ ਫਾਊਂਡੇਸ਼ਨ ਸਟੋਨ ਹੈ, ਠੀਕ ਹੈ ਜੀ, ਇਹ ਮਤਲਬ ਹੁਣ ਦੀਆਂ ਗੱਲਾਂ ਨਹੀਂ, ਇਹ ਬਹੁਤ ਪਹਿਲਾਂ ਦੇ 2020 ਤੋਂ ਇਹ ਗੱਲਾਂ ਚੱਲ ਰਹੀਆਂ ਸੀ ਕਿ ਆਪਣੀ ਜਿਹੜੀ ਪਾਰਲੀਮੈਂਟ ਹੈ ਉਹ ਨਵੀਂ ਬਣਾਈ ਜਾਊਗੀ। ਠੀਕ ਹੈ ਜੀ, ਅਤੇ ਇਹਦਾ ਫਾਊਂਡੇਸ਼ਨ ਸਟੋਨ ਤੁਹਾਨੂੰ ਪੁੱਛ ਸਕਦੇ ਨੇ। ਇੱਕ ਤਾਂ ਤੁਹਾਨੂੰ ਜਿਹੜੀ ਨਵੀਂ ਪਾਰਲੀਮੈਂਟ ਦੀ ਡੇਟ ਹੈ ਉਹ 28 ਮਈ 2023 ਨੂੰ ਇਹਦਾ ਉਦਘਾਟਨ ਕੀਤਾ ਗਿਆ। ਇੱਕ ਤੁਹਾਨੂੰ ਫਾਊਂਡੇਸ਼ਨ ਸਟੋਨ ਇੱਕ ਅਲੱਗ ਗੱਲ ਹੈ ਕਿ ਪਹਿਲਾਂ ਤੋਂ ਇਹਦੀ ਮਤਲਬ ਇੱਕ ਪਲੈਨਿੰਗ ਚੱਲ ਰਹੀ ਸੀ। ਤਾਂ ਜਿਹੜਾ ਇਹਦਾ ਫਾਊਂਡੇਸ਼ਨ ਸਟੋਨ ਸੀ ਉਦਘਾਟਨ ਦਾ, ਜਿਹੜਾ ਨੀਂਹ ਪੱਥਰ ਆਪਾਂ ਕਹਿ ਸਕਦੇ ਹਾਂ, ਤਾਂ ਉਹ ਇਹਦਾ 10 ਦਸੰਬਰ 2020 ਨੂੰ ਰੱਖ ਦਿੱਤਾ ਗਿਆ ਸੀ ਪਹਿਲਾਂ ਹੀ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਇਹ ਬਣਨੀ ਸਟਾਰਟ ਹੋ ਗਈ ਸੀ। ਤਾਂ 2.5 ਸਾਲ ਇਹਨੂੰ ਬਣਨ 'ਤੇ ਲੱਗੇ ਨੇ, ਹਜੇ ਵੀ ਮਤਲਬ ਇਹਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈਗਾ ਪ੍ਰੋਪਰ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ 10 ਦਸੰਬਰ 2020 ਨੂੰ ਇਹਦਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਉਹ ਰੱਖਿਆ ਗਿਆ ਸੀ। ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕੰਸਟਰਕਟਡ ਅੰਡਰ, ਤਾਂ ਇਹ ਕਿਹੜੀ ਮਤਲਬ ਇੱਕ ਅਦਾਰਾ ਹੈਗਾ, ਕਿਹੜੀ ਸੰਸਥਾ ਹੈ, ਜਾਂ ਕਿਹੜਾ ਇੱਕ ਮਤਲਬ ਜਿੱਥੇ ਇਹ ਬਣਾਈ ਜਾ ਰਹੀ ਹੈ। ਠੀਕ ਹੈ ਜੀ, ਤਾਂ ਇਹ ਜਿਹੜੀ ਬਿਲਡਿੰਗ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਸੈਂਟਰਲ ਵਿਜ਼ਟਾ ਰੀਡਿਵੈਲਪਮੈਂਟ ਪ੍ਰੋਜੈਕਟ ਦੇ ਅੰਡਰ ਇਹ ਜਿਹੜੀ ਪਾਰਲੀਮੈਂਟ ਹੈ ਉਹ ਬਣਾਈ ਜਾ ਰਹੀ ਹੈ। ਤਾਂ ਇਹਦਾ ਜਿਹੜਾ ਟਾਰਗੇਟ ਰੱਖਿਆ ਗਿਆ 2020 ਤੋਂ ਲੈ ਕੇ 2026 ਤੱਕ ਦਾ, ਮਤਲਬ ਪ੍ਰੋਪਰ ਕੰਪਲੀਟ ਹੋਣ ਦਾ ਰੱਖਿਆ ਗਿਆ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਇਹ ਸੰਸਥਾ ਦਾ ਨਾਮ ਵੀ ਪੁੱਛ ਸਕਦੇ ਨੇ ਕਿ ਉਹ ਕਿਹਦੇ ਅੰਡਰ ਇਹ ਜਿਹੜੀ ਇਹ ਪਾਰਲੀਮੈਂਟ ਹੈ, ਨਵੀਂ ਪਾਰਲੀਮੈਂਟ ਹੈ, ਉਹ ਬਣਾਈ ਜਾ ਰਹੀ ਹੈ। ਤਾਂ ਇਹ ਬਣਾਈ ਜਾ ਰਹੀ ਹੈ ਸੈਂਟਰਲ ਵਿਜ਼ਟਾ ਰੀਡਿਵੈਲਪਮੈਂਟ ਪ੍ਰੋਜੈਕਟ 2026। ਠੀਕ ਹੈ ਜੀ, 2020 ਤੋਂ 2026 ਤੱਕ ਦਾ ਇਹਨਾਂ ਨੇ ਜਿਹੜਾ ਆਪਣਾ ਟਾਰਗੇਟ ਲੈ ਕੇ ਇਹ ਚੱਲੇ ਹੋਏ ਨੇ ਕਿ ਜਿਹੜੀ ਪ੍ਰੋਪਰ ਇਹਨੂੰ ਕੰਪਲੀਟ ਕੀਤਾ ਜਾਊਗਾ। ਅਗਲਾ ਜਿਹੜਾ ਇਹਦੇ ਵਿੱਚ ਇੰਪੋਰਟੈਂਟ ਫੈਕਟ ਹੈ, ਜਿੱਥੋਂ ਤੁਹਾਨੂੰ ਕੁਐਸਚਨ ਬਣਨ ਦੇ ਪ੍ਰੋਪਰ 99% ਚਾਂਸਿਸ ਹੈ ਜਿਹੜੇ ਉਹ ਬਣ ਜਾਂਦੇ ਨੇ। ਠੀਕ ਹੈ ਜੀ, ਕਿਉਂਕਿ ਨਵੀਂ ਪਾਰਲੀਮੈਂਟ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਇੱਥੋਂ ਤੁਹਾਡਾ ਕੁਐਸਚਨ ਬਣਨ ਦਾ ਪੂਰਾ ਚਾਂਸਿਸ ਹੈ। ਠੀਕ ਹੈ ਜੀ, ਬੇਸ਼ੱਕ ਉਹ ਤੁਹਾਡਾ ਕੋਈ ਵੀ ਪੇਪਰ ਹੋਵੇ, ਬੇਸ਼ੱਕ ਇੰਡੀਆ ਲੈਵਲ ਦੇ SSC UPSC ਕੋਈ ਵੀ ਪੇਪਰ ਹੋਵੇ, ਤਾਂ ਉਹਦੇ ਵਿੱਚ ਇੱਥੋਂ ਕੁਐਸਚਨ ਬਣਨ ਦੇ ਪੂਰੀ ਸੰਭਾਵਨਾ ਹੈ। ਠੀਕ ਹੈ ਜੀ, ਤਾਂ ਕਰਕੇ ਉਹ ਫੈਕਟ ਤੁਸੀਂ ਜ਼ਰੂਰ ਪੜ੍ਹਨੇ ਨੇ ਜਿੱਥੋਂ ਤੁਹਾਡੇ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ ਜਿਹੜੀ ਉਹ ਬਣ ਜਾਂਦੀ ਹੈ। ਤਾਂ ਨਵੀਂ ਪਾਰਲੀਮੈਂਟ ਦੇ ਵਿੱਚ ਇੱਕ ਹੋਰ ਤਬਦੀਲੀ ਹੈ, ਲੋਕ ਸਭਾ ਦੀਆਂ ਸੀਟਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ, ਕਿਉਂਕਿ ਜਿਹੜੀ ਲੋਕ ਸਭਾ ਦੀ ਸਟਰੈਂਥ ਹੈ, ਜਿਹੜੀ ਆਪਣੀ ਪੁਰਾਣੀ ਪਾਰਲੀਮੈਂਟ ਹੈ, ਉਹਦੇ ਵਿੱਚ 550 ਹੈ, 550 ਮੈਂਬਰ ਯਾਨੀ ਕਿ ਉਹਦੇ ਵਿੱਚ ਬੈਠ ਸਕਦੇ ਨੇ। ਉਸ ਤੋਂ ਬਾਅਦ ਬੈਠਣ ਦੀ ਵਿਵਸਥਾ ਨਹੀਂ ਹੈ। ਠੀਕ ਹੈ ਜੀ, ਤਾਂ ਇਹਦੀਆਂ ਜਿਹੜੀਆਂ ਲੋਕ ਸਭਾ ਸੀਟਸ ਨੇ ਇਹਦੇ ਵਿੱਚ ਵਧਾਈਆਂ ਗਈਆਂ ਨੇ, 888 ਸੀਟਾਂ ਇਹਦੇ ਵਿੱਚ ਰੱਖੀਆਂ ਗਈਆਂ ਲੋਕ ਸਭਾ ਦੇ ਮੈਂਬਰਾਂ ਦੇ ਲਈ।
ਇਹ ਜਿਹੜਾ ਸਵਾਲ ਹੈ ਬਹੁਤ ਇੰਪੋਰਟੈਂਟ ਇਹ ਬਣ ਜਾਂਦਾ ਹੈ। ਤਾਂ ਲੋਕ ਸਭਾ ਸੀਟਾਂ ਤੁਹਾਨੂੰ ਪੁੱਛੀਆਂ ਜਾਣਗੀਆਂ ਕਿ ਜਿਹੜੀ ਆਪਣੀ ਨਵੀਂ ਪਾਰਲੀਮੈਂਟ ਬਣੀ ਹੈ ਇਹਦੇ ਵਿੱਚ ਲੋਕ ਸਭਾ ਦੀਆਂ ਟੋਟਲ ਸੀਟਸ ਕਿੰਨੀਆਂ ਵਧਾਈਆਂ ਗਈਆਂ ਅਤੇ ਟੋਟਲ ਹੁਣ ਕਿੰਨੀਆਂ ਨੇ। ਤਾਂ 888 ਜਿਹੜੀਆਂ ਸੀਟਾਂ ਨੇ, ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਬਹੁਤ ਸਟਰੈਂਥ ਜਿਹੜੀ ਲੋਕ ਸਭਾ ਦੀ ਆਪਣੀ ਨਵੀਂ ਪਾਰਲੀਮੈਂਟ ਦੇ ਵਿੱਚ ਵਧਾਈ ਗਈ ਹੈ। ਤਾਂ ਓਲਡ ਦੇ ਵਿੱਚ ਆਪਣੇ 550 ਸੀ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਫੈਕਟ ਹੈ ਨਿਊ ਪਾਰਲੀਮੈਂਟ ਰਾਜ ਸਭਾ ਸੀਟਸ, ਕਿਉਂਕਿ ਲੋਕ ਸਭਾ ਜੇ ਵਧਾਈਆਂ ਤਾਂ ਰਾਜ ਸਭਾ ਦੇ ਵਿੱਚ ਵੀ ਆਪਣਾ ਫਰਕ ਪਾਇਆ ਇਹਨਾਂ ਨੇ। ਤਾਂ ਜਿਹਨੇ ਰਾਜ ਸਭਾ ਸੀਟਸ ਨੇ ਉਹਨੇ 384, ਮਤਲਬ ਰੀਸੈਂਟਲੀ ਜਿਹੜੀ ਨਿਊ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਸੀਟਾਂ ਨੇ ਤਾਂ ਉਹ 384 ਰੱਖੀਆਂ ਗਈਆਂ ਰਾਜ ਸਭਾ ਵਾਸਤੇ। ਅਤੇ ਓਲਡ ਦੇ ਵਿੱਚ ਕਿੰਨੀਆਂ ਸੀ? 250, ਠੀਕ ਹੈ ਜੀ, ਕਿਉਂਕਿ ਇਹਨਾਂ ਦੇ ਬੈਠਣ ਦੀ ਵਿਵਸਥਾ ਜਿਹੜੀਆਂ ਸੀਟ ਸੀਗੀਆਂ ਉਹ ਸਿਰਫ ਇੰਨੀਆਂ ਕੀ ਸੀ। ਤਾਂ ਓਲਡ ਦੇ ਵਿੱਚ ਜਿਹੜੀ ਪੁਰਾਣੀ ਪਾਰਲੀਮੈਂਟ ਸੀ ਉਹਦੇ ਵਿੱਚ 250 ਸੀਟਾਂ ਸੀ, ਅਤੇ ਜਿਹੜੀ ਨਵੀਂ ਪਾਰਲੀਮੈਂਟ ਹੈ ਇਹਦੇ ਵਿੱਚ 384 ਸੀਟਾਂ ਦੀ ਵਿਵਸਥਾ ਕੀਤੀ ਗਈ ਹੈ ਰਾਜ ਸਭਾ ਦੀ, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਇਹ ਦੋਨੋਂ ਫੈਕਟ ਨੇ, ਤੁਹਾਨੂੰ ਲੋਕ ਸਭਾ ਅਤੇ ਰਾਜ ਸਭਾ ਦੀਆਂ ਸੀਟਸ ਬਾਰੇ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਫੈਕਟ ਹੈ ਟੋਟਲ ਏਰੀਆ ਆਫ ਨਿਊ ਪਾਰਲੀਮੈਂਟ, ਤਾਂ ਜਿਹੜੀ ਨਵੀਂ ਪਾਰਲੀਮੈਂਟ ਆਪਣੀ ਬਣਾਈ ਗਈ ਹੈ ਉਹਦਾ ਟੋਟਲ ਏਰੀਆ ਕਿੰਨਾ, ਮਤਲਬ ਸਾਰੀ ਪਾਰਲੀਮੈਂਟ ਦੀ ਜਗ੍ਹਾ ਕਿੰਨੀ ਹੈ। ਤਾਂ ਉਹ ਹੈਗੀ 64,500 ਸਕੁਆਇਰ ਕਿਲੋਮੀਟਰ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਪੁਰਾਣੀ ਸੀ ਓਲਡ ਪਾਰਲੀਮੈਂਟ ਉਹਦੀ ਸੀਗੀ 47,500 ਸਕੁਆਇਰ ਕਿਲੋਮੀਟਰ, ਤਾਂ ਉਹਦੇ ਨਾਲੋਂ ਬਹੁਤ ਵੱਡੀ ਹੈ ਇਹ, ਠੀਕ ਹੈ ਜੀ। 64,500 ਸਕੁਆਇਰ ਕਿਲੋਮੀਟਰ ਇਹਦੀ ਮਤਲਬ ਵਿਵਸਥਾ ਕੀਤੀ ਗਈ, ਬਹੁਤ ਵੱਡੇ ਪੱਧਰ 'ਤੇ ਇਹ ਬਣਾਈ ਗਈ ਹੈ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਫੈਕਟ ਆਪਣੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਕੰਸਟਰਕਸ਼ਨ ਕਾਸਟ ਆਫ ਨਿਊ ਪਾਰਲੀਮੈਂਟ, ਮਤਲਬ ਜਿੰਨਾ ਇਹਦਾ ਕੰਸਟਰਕਸ਼ਨ 'ਤੇ ਜਿੰਨੀ ਕਾਸਟ ਆਈ ਹੈ, ਜਿੰਨਾ ਖਰਚਾ ਆਇਆ ਉਹ ਕਿੰਨਾ ਆਇਆ। ਤਾਂ 925 ਕਰੋੜ ਪਲੱਸ ਆਇਆ, ਠੀਕ ਹੈ ਜੀ। 925 ਕਰੋੜ ਪਲੱਸ ਇਹ 'ਤੇ ਜਿਹੜਾ ਪੈਸਾ ਖਰਚ ਆਏਗਾ ਜਿਹੜੀ ਆਪਣੀ ਨਿਊ ਪਾਰਲੀਮੈਂਟ ਹੈ। ਤਾਂ ਇਹ ਤੁਹਾਨੂੰ ਖਰਚਾ ਵੀ ਪੁੱਛ ਸਕਦੇ ਨੇ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਤਾਂ 925 ਕਰੋੜ ਪਲੱਸ ਜਿਹੜਾ ਖਰਚਾ ਆਪਣੀ ਨਿਊ ਪਾਰਲੀਮੈਂਟ 'ਤੇ ਆਏਗਾ, ਇਹ ਤੁਹਾਨੂੰ ਟੋਟਲ ਜਿਹੜੀ ਕਾਸਟ ਹੈ ਉਹ 925 ਪਲੱਸ ਕਰੋੜ ਪਲੱਸ ਹੈ, ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਸ਼ੇਪ ਆਫ ਨਿਊ ਪਾਰਲੀਮੈਂਟ, ਤਾਂ ਸ਼ੇਪ ਤੁਹਾਨੂੰ ਪੁੱਛੀ ਜਾ ਸਕਦੀ, ਸ਼ੇਪ 'ਤੇ ਕੁਐਸਚਨ ਬਹੁਤ ਬਣਦੇ ਹੁੰਦੇ ਨੇ। ਤਾਂ ਜਿਹੜੀ ਨਵੀਂ ਪਾਰਲੀਮੈਂਟ ਹੈ ਇਹਦੀ ਜਿਹੜੀ ਸ਼ੇਪ ਹੈ ਉਹ ਹੈ ਟ੍ਰਾਇੰਗੂਲਰ, ਠੀਕ ਹੈ ਜੀ। ਤ੍ਰਿਕੋਣ ਆਪਾਂ ਤ੍ਰਿਭੁਜੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ, ਤ੍ਰਿਕੋਣ ਵਾਂਗੂ ਹੈ, ਤਾਂ ਟ੍ਰਾਇੰਗੂਲਰ ਹੈ। ਤਾਂ ਜਿਹੜੀ ਓਲਡ ਸੀ ਆਪਣੀ ਉਹ ਸੀਗੀ ਆਪਣੀ ਸਰਕੂਲਰ, ਮਤਲਬ ਉਹ ਇੱਕ ਗੋਲਾਈ ਦੇ ਤਰ੍ਹਾਂ ਸੀਗੀ, ਠੀਕ ਹੈ ਜੀ, ਜਿਹੜੀ ਆਪਣੀ ਓਲਡ ਪਾਰਲੀਮੈਂਟ ਸੀ। ਤਾਂ ਜਿਹੜੀ ਨਿਊ ਹੈ ਇਹ ਆਪਣੀ ਟ੍ਰਾਇੰਗੂਲਰ ਹੈ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਬਣ ਜਾਂਦਾ। ਤੁਹਾਨੂੰ ਪੁੱਛੀ ਜਾ ਸਕਦੀ ਇਹਦੀ ਸ਼ੇਪ ਜਿਹੜੀ ਆਪਣੀ ਨਵੀਂ ਪਾਰਲੀਮੈਂਟ ਹੈ, ਠੀਕ ਹੈ ਜੀ, ਤਾਂ ਇਹ ਪੁੱਛੀ ਜਾਊਗੀ। ਅਗਲਾ ਜਿਹੜਾ ਆਪਣਾ ਫੈਕਟ ਹੈ ਇਨ ਨਿਊ ਪਾਰਲੀਮੈਂਟ ਕੌਂਸਟੀਟਿਊਸ਼ਨ ਹਾਲ ਹੈਜ਼ ਬੀਨ ਕੰਸਟਰਕਟਡ, ਤਾਂ ਇਹਦੇ ਵਿੱਚ ਇੱਕ ਸੈਪਰੇਟ ਇੱਕ ਹਾਲ ਬਣਾਇਆ ਗਿਆ ਜਿਹਦਾ ਨਾਮ ਰੱਖਿਆ ਗਿਆ ਕੌਂਸਟੀਟਿਊਸ਼ਨ ਹਾਲ, ਠੀਕ ਹੈ ਜੀ। ਉਹਦੇ ਵਿੱਚ ਜਿਹੜਾ ਕੌਂਸਟੀਟਿਊਸ਼ਨ ਦੇ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਆ, ਠੀਕ ਹੈ ਜੀ, ਕੋਈ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਸੋਧ ਕਰਨੀ ਹੈ ਜਾਂ ਕੁਛ ਵੀ ਹੈ, ਤਾਂ ਉਹ ਕੌਂਸਟੀਟਿਊਸ਼ਨ ਹਾਲ ਦੇ ਵਿੱਚ ਇੱਕ ਸਪੈਸ਼ਲ ਉਹ ਮਤਲਬ ਇੱਕ ਹਾਲ ਬਣਾਇਆ ਗਿਆ ਕੌਂਸਟੀਟਿਊਸ਼ਨ ਦੇ ਲਈ, ਤਾਂ ਉਹਨੂੰ ਕੌਂਸਟੀਟਿਊਸ਼ਨ ਹਾਲ ਦਾ ਨਾਮ ਦਿੱਤਾ ਗਿਆ। ਤਾਂ ਕਈ ਵਾਰੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਇਹਦੇ ਵਿੱਚ ਜਿਹੜੀ ਆਪਣੀ ਨਵੀਂ ਪਾਰਲੀਮੈਂਟ ਹੈ ਤਾਂ ਇਹਦੇ ਵਿੱਚ ਬਣਾਇਆ ਗਿਆ ਜਾਂ ਨਹੀਂ ਬਣਾਇਆ ਗਿਆ, ਤਾਂ ਕੌਂਸਟੀਟਿਊਸ਼ਨ ਹਾਲ ਇਹਦੇ ਵਿੱਚ ਬਣਾਇਆ ਗਿਆ, ਠੀਕ ਹੈ ਜੀ। ਜਾਂ ਤੁਹਾਨੂੰ ਇਹ ਪੁੱਛ ਸਕਦੇ ਕਿ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਬਣਾਈ ਗਈ ਹੈ, ਜਾਂ ਲੋਕ ਸਭਾ ਰਾਜ ਸਭਾ, ਠੀਕ ਹੈ ਜੀ। ਇੱਕ ਤੁਹਾਨੂੰ ਕੌਂਸਟੀਟਿਊਸ਼ਨ ਹਾਲ ਵੀ ਦੇ ਸਕਦੇ ਆ, ਤਾਂ ਕੌਂਸਟੀਟਿਊਸ਼ਨ ਹਾਲ ਵੀ ਇਹਦੇ ਵਿੱਚ ਬਣਾਇਆ ਗਿਆ, ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਇੱਕ ਅਲੱਗ ਸੈਪਰੇਟ ਤੋਂ ਕੌਂਸਟੀਟਿਊਸ਼ਨ ਦੇ ਲਈ ਇਹ ਬਣਾਇਆ ਗਿਆ। ਅਗਲਾ ਜਿਹੜਾ ਆਪਣਾ ਫੈਕਟ ਹੈ ਆਰਕੀਟੈਕਟ ਆਫ ਨਿਊ ਪਾਰਲੀਮੈਂਟ, ਤਾਂ ਇਹਦਾ ਜਿਹੜਾ ਆਰਕੀਟੈਕਚਰ ਹੈ ਸਾਰਾ ਜਿਹੜਾ ਆਪਣਾ ਢਾਂਚਾ ਇਹਦਾ ਤਿਆਰ ਕੀਤਾ ਉਹ ਕਿਹਨੇ ਕੀਤਾ, ਤਾਂ ਉਹ ਬੰਦੇ ਦਾ ਨਾਮ ਹੈ ਬਿਮਲ ਪਟੇਲ, ਠੀਕ ਹੈ ਜੀ। ਬਿਮਲ ਪਟੇਲ ਉਹ ਬੰਦਾ ਹੈ ਆਰਕੀਟੈਕਟ ਹੈ ਜਿਹਨੇ ਜਿਹਨੇ ਇਹਦਾ ਆਰਕੀਟੈਕਚਰ ਸਾਰਾ ਤਿਆਰ ਕੀਤਾ ਆਪਣੀ ਨਵੀਂ ਪਾਰਲੀਮੈਂਟ ਦਾ, ਤਾਂ ਉਹਦਾ ਨਾਮ ਹੈ ਬਿਮਲ ਪਟੇਲ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਫੈਕਟ ਹੈ। ਤਾਂ ਇੱਕ ਇੱਕ ਫੈਕਟ ਹੈ ਜਿਹੜਾ ਆਪਾਂ ਇਹਦੇ ਵਿੱਚ ਇਹਦਾ ਪੂਰਾ ਨਿਚੋੜ ਆਪਣੇ ਸਾਹਮਣੇ ਹੈ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਫੈਕਟ ਹੈ ਪਲੇਸ ਐਟ ਨਿਊ ਦਿੱਲੀ, ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਾਂ ਨਵੀਂ ਦਿੱਲੀ ਦੇ ਵਿੱਚ ਹੀ ਹੈ ਜਿਹੜੀ ਆਪਣੀ ਨਵੀਂ ਪਾਰਲੀਮੈਂਟ ਜਿਹੜੀ ਬਣਾਈ ਗਈ ਹੈ। ਤਾਂ ਕਿੱਥੇ ਬਣਾਈ ਗਈ ਹੈ? ਨਵੀਂ ਦਿੱਲੀ ਦੇ ਵਿੱਚ। ਕਈ ਵਾਰੀ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ, ਤਾਂ ਇਹ ਤੁਸੀਂ ਯਾਦ ਰੱਖਿਓ ਕਿੱਥੇ ਬਣਾਈ ਗਈ ਹੈ ਇਹ, ਨਵੀਂ ਦਿੱਲੀ ਦੇ ਵਿੱਚ। ਟੋਟਲ ਟਾਈਮ ਕਿੰਨਾ ਲੱਗਿਆ? ਦਸੰਬਰ 2020 ਦੇ ਵਿੱਚ ਇਹਦਾ ਜਿਹੜਾ ਆਪਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਸੀ। ਤਾਂ ਮਈ 2023 ਦੇ ਵਿੱਚ ਇਹ ਕੰਪਲੀਟ ਤਾਂ ਨਹੀਂ, ਬਿਲਕੁਲ ਕੰਪਲੀਟ ਤਾਂ ਨਹੀਂ ਹੋਈ, ਬਟ ਹਜੇ ਕੰਮ ਚੱਲ ਰਿਹਾ, ਠੀਕ ਹੈ ਜੀ। ਤਾਂ ਬਟ ਇਹਦਾ ਉਦਘਾਟਨ ਹੈ ਜਿਹੜਾ ਉਹ ਕਰ ਦਿੱਤਾ, ਇਹਨੂੰ ਸਟਾਰਟ ਮਤਲਬ ਕਰ ਦਿੱਤਾ, ਬਟ ਹਜੇ ਵੀ ਇਹਦਾ 2026 ਤੱਕ ਜਿਹੜਾ ਟਾਰਗੇਟ ਹੈ, ਠੀਕ ਹੈ, ਜਿਹਨੂੰ ਹੋਰ ਵੀ ਡਿਵੈਲਪਡ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਬਣਾਉਣਾ ਹੈ। ਤਾਂ ਟੋਟਲ 2.5 ਸਾਲ ਇਹਦੇ ਜਿਹੜੇ ਪੂਰੇ ਹੁੰਦੇ ਆ, ਆਪਾਂ ਕਹਿ ਦਿੰਦੇ ਹਾਂ ਕਿ 2.5 ਸਾਲ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਈ ਜਿਹੜੀ ਆਪਣੀ ਨਵੀਂ ਪਾਰਲੀਮੈਂਟ ਹੈ, ਠੀਕ ਹੈ ਜੀ। ਤਾਂ ਕਿੱਥੇ ਬਣੀ ਇਹ? ਨਵੀਂ ਦਿੱਲੀ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਇੰਡੀਆਜ਼ ਫਰਸਟ ਅੰਡਰ ਸੀ ਟਵਿਨ ਟਨਲ ਬੀਇੰਗ ਕੰਸਟਰਕਟਡ, ਠੀਕ ਹੈ ਜੀ। ਤਾਂ ਇੰਡੀਆ ਦੀ ਇੱਕ ਪਹਿਲੀ ਟਵਿਨ ਹੁੰਦੀ ਹੈ ਜੁੜਵਾ, ਠੀਕ ਹੈ ਜੀ। ਦੋ ਮਤਲਬ ਇੱਕ ਦੋ ਸੁਰੰਗਾਂ ਕੱਢੀਆਂ ਜਾਣਗੀਆਂ, ਸੀ ਹੁੰਦਾ ਸਮੁੰਦਰ, ਠੀਕ ਹੈ ਜੀ, ਸਮੁੰਦਰ ਦੇ ਨੀਚੇ ਦੀ ਦੋ ਸੁਰੰਗਾਂ ਕੱਢੀਆਂ ਜਾਣਗੀਆਂ। ਤਾਂ ਇਹ ਕਿੱਥੇ ਕੱਢੀਆਂ ਜਾ ਰਹੀਆਂ, ਠੀਕ ਹੈ ਜੀ। ਤਾਂ ਸਮੁੰਦਰ ਦੇ ਨੀਚੇ, ਯਾਨੀ ਕਿ ਪਾਣੀ ਦੇ ਵਿੱਚ ਦੀ ਆਪਾਂ ਕਹਿ ਸਕਦੇ ਹਾਂ ਕਿ ਉਹ ਸੁਰੰਗਾਂ ਕੱਢੀਆਂ ਜਾਣਗੀਆਂ।
ਤਾਂ ਉਹ ਕੱਢੀਆਂ ਜਾਣਗੀਆਂ ਮੁੰਬਈ ਦੇ ਵਿੱਚ, ਠੀਕ ਹੈ ਜੀ, ਮੁੰਬਈ ਦੇ ਵਿੱਚ ਸਮੁੰਦਰ ਦੇ ਵਿੱਚ, ਠੀਕ ਹੈ ਜੀ, ਕਿੱਥੇ ਇਹ ਮਹਾਰਾਸ਼ਟਰ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ 2023 ਦਾ ਸਵਾਲ ਹੈ ਜਿਹੜਾ ਇਹ ਬਣ ਜਾਂਦਾ। ਇਹ ਜਿਹੜੇ ਆਪਾਂ ਪ੍ਰੀਵੀਅਸ ਵੀ ਕਰਕੇ ਆਏ ਹਾਂ ਜਿਹੜੇ ਆਪਣੇ ਪਾਰਲੀਮੈਂਟ ਨਾਲ ਸੰਬੰਧਿਤ ਨੇ, ਇਹ ਸਾਰੇ 2023 ਦੇ ਸਵਾਲ ਨੇ ਰੀਸੈਂਟਲੀ ਜਿਹੜੇ ਆਪਣੇ ਨਿਊਜ਼ ਦੇ ਵਿੱਚ ਤੁਸੀਂ ਦੇਖੇ ਨੇ, ਠੀਕ ਹੈ ਜੀ। ਤਾਂ ਸੀ ਟਵਿਨ ਟਨਲ ਬੀਇੰਗ ਕੰਸਟਰਕਟਡ ਕਿੱਥੇ ਕੰਸਟਰਕਟ ਕੀਤੀ ਜਾ ਰਹੀ ਹੈ ਇਹ, ਤਾਂ ਮੁੰਬਈ ਮਹਾਰਾਸ਼ਟਰ ਦੇ ਵਿੱਚ। ਬਹੁਤ ਇੰਪੋਰਟੈਂਟ ਸਵਾਲ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਇੰਡੀਆਜ਼ ਫਸਟ ਇੰਟਰਨੈਸ਼ਨਲ ਮਲਟੀ ਮਾਡਲ ਲੌਜਿਸਟਿਕ ਪਾਰਕ ਇਨ, ਠੀਕ ਹੈ ਜੀ। ਤਾਂ ਇੱਕ ਪਹਿਲਾ ਇੰਟਰਨੈਸ਼ਨਲ ਪੱਧਰ ਦਾ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਬਣਨ ਜਾ ਰਿਹਾ ਹੈ ਇੰਟਰਨੈਸ਼ਨਲ ਪੱਧਰ ਦਾ ਮਲਟੀ ਮਾਡਲ ਲੌਜਿਸਟਿਕ ਪਾਰਕ ਜਿਹੜਾ ਬਣਨ ਜਾ ਰਿਹਾ ਹੈ। ਕਿੱਥੇ ਬਣਨ ਜਾ ਰਿਹਾ ਹੈ, ਤਾਂ ਇਹ ਬਣਨ ਜਾ ਰਿਹਾ ਹੈ ਜੋਗੀਘੋਪਾ ਅਸਾਮ ਦੇ ਵਿੱਚ। ਜੋਗੀਘੋਪਾ ਅਸਾਮ ਦੇ ਵਿੱਚ ਇਹ ਬਣਨ ਜਾ ਰਿਹਾ ਹੈ ਮਲਟੀ ਮਾਡਲ ਲੌਜਿਸਟਿਕ ਪਾਰਕ, ਠੀਕ ਹੈ ਜੀ, ਇੰਟਰਨੈਸ਼ਨਲ ਪੱਧਰ 'ਤੇ। ਤਾਂ ਇੰਡੀਆ ਦਾ ਪਹਿਲਾ ਇਹ, ਠੀਕ ਹੈ ਜੀ। ਤਾਂ ਕਰਕੇ ਇਹ ਸਵਾਲ ਜਿਹੜੇ ਆਉਣ ਦੇ ਚਾਂਸਸ ਹੈ ਜਿਹੜੇ ਉਹ ਬਹੁਤ ਜ਼ਿਆਦਾ ਤੁਹਾਡੇ ਬਣ ਜਾਂਦੇ ਨੇ। ਤਾਂ ਇਹ ਤੁਸੀਂ ਨਾਲ ਦੀ ਨਾਲ ਨੋਟ ਜ਼ਰੂਰ ਕਰਿਓ, ਕਿਉਂਕਿ ਮੈਂ ਤੁਹਾਨੂੰ ਵਾਰ-ਵਾਰ ਰਿਕਮੈਂਡ ਕਰਦਾ ਕਿ ਆਪਣੇ ਨੋਟਸ ਹੈ ਜਿਹੜੇ ਉਹ ਨਾਲ ਦੀ ਨਾਲ ਬਣਾਉਂਦੇ ਰਹੋ, ਕਿਉਂਕਿ ਜੇ ਤੁਸੀਂ ਇਹਨੂੰ ਇੱਕ ਵਾਰ ਪੜ੍ਹ ਕੇ ਛੱਡ ਦੋਗੇ ਤਾਂ ਇਹ ਤੁਹਾਡੇ ਪ੍ਰੋਪਰ ਤਰੀਕੇ ਨਾਲ ਯਾਦ ਨਹੀਂ ਹੋਣੇ। ਰਿਵੀਜ਼ਨ ਤੁਹਾਡੀ ਬਹੁਤ ਜ਼ਰੂਰੀ ਹੈ, ਤਾਂ ਨਾਲ ਦੀ ਨਾਲ ਆਪਣੇ ਨੋਟਸ ਬਣਾਉਂਦੇ ਰਹੋ ਅਤੇ ਇਹਨੂੰ ਰਿਵਾਈਜ਼ ਜ਼ਰੂਰ ਕਰਦੇ ਰਹੋ, ਠੀਕ ਹੈ ਜੀ। ਅਤੇ ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ ਕਰੰਟ ਅਫੇਅਰਸ ਦਾ। ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਸੀਂ ਖੁਦ ਮੰਨੋਗੇ ਕਿ ਆਪਣੇ ਸੈਸ਼ਨਸ ਦੇ ਵਿੱਚੋਂ ਤੁਹਾਨੂੰ ਕਰੰਟ ਅਫੇਅਰ ਜਿਹੜੇ ਉਹ ਆਉਣਗੇ, ਠੀਕ ਹੈ ਜੀ। ਤਾਂ ਇੰਡੀਆ ਦਾ ਜਿਹੜਾ ਪਹਿਲਾ ਇੰਟਰਨੈਸ਼ਨਲ ਮਲਟੀ ਮਾਡਲ ਲੌਜਿਸਟਿਕ ਪਾਰਕ ਹੈ ਜਿਹੜਾ ਉਹ ਜੋਗੀਘੋਪਾ ਅਸਾਮ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਇੰਡੀਆਜ਼ ਫਸਟ ਨੀਓ ਮੈਟਰੋ ਵਿਲ ਕੰਸਟਰਕਟਡ ਇਨ, ਠੀਕ ਹੈ ਜੀ। ਤਾਂ ਨੀਓ ਮੈਟਰੋ ਬਣਾਈ ਜਾ ਰਹੀ ਹੈ, ਮੈਟਰੋ ਮਤਲਬ ਇੱਕ ਚਲਾਈ ਜਾ ਰਹੀ ਹੈ, ਨੀਓ ਮੈਟਰੋ ਇਹਦਾ ਨਾਮ ਰੱਖਿਆ ਗਿਆ। ਤਾਂ ਕਿੱਥੇ ਕੰਸਟਰਕਟ ਕੀਤੀ ਜਾ ਰਹੀ ਹੈ, ਤਾਂ ਇਹ ਕੀਤੀ ਜਾ ਰਹੀ ਹੈ ਦੇਹਰਾਦੂਨ ਉੱਤਰਾਖੰਡ ਦੇ ਵਿੱਚ, ਠੀਕ ਹੈ ਜੀ। ਤਾਂ ਨੀਓ ਮੈਟਰੋ ਤੁਸੀਂ ਯਾਦ ਰੱਖਿਓ, ਨੀਓ ਮੈਟਰੋ ਕੰਸਟਰਕਟ ਕੀਤੀ ਜਾ ਰਹੀ ਹੈ ਦੇਹਰਾਦੂਨ ਉੱਤਰਾਖੰਡ ਦੇ ਵਿੱਚ। ਤਾਂ ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਫੈਕਟ ਹੈ, ਵਿਚ ਸਟੇਟ ਬਿਕਮ, ਠੀਕ ਹੈ ਜੀ। ਤਾਂ ਵਿਚ ਸਟੇਟ ਬਿਕਮ ਦੀ ਫਸਟ ਸਟੇਟ ਟੂ ਫੁੱਲੀ ਈ ਗਵਰਨਡ, ਠੀਕ ਹੈ ਜੀ। ਤਾਂ ਇਹ ਬਣੀ ਆਪਣੀ ਕੇਰਲਾ। ਇੱਥੇ ਆਪਣਾ ਇੱਕ ਮੈਂਸ਼ਨ ਕਰਨੇ ਭੁੱਲ ਗਏ, ਠੀਕ ਹੈ ਜੀ। ਕੇਰਲਾ ਇਹ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਤਾਂ ਜਿਹੜੀ ਕੇਰਲਾ ਸਟੇਟ ਹੈ ਇਹ ਫੁੱਲੀ ਈ ਗਵਰਨਡ ਬਣ ਗਈ, ਠੀਕ ਹੈ ਜੀ। ਤਾਂ ਫੁੱਲੀ ਈ ਗਵਰਨਡ ਜਿਹੜੀ ਸਟੇਟ ਬਣ ਗਈ ਉਹ ਬਣ ਗਈ ਕੇਰਲਾ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਤਾਂ ਇਹ ਆਪਣੇ ਜਿਹੜੇ ਅੱਜ ਦੇ ਕਰੰਟ ਅਫੇਅਰ ਹੈ 15 ਕਰੰਟ ਅਫੇਅਰ ਆਪਾਂ ਇਹਦੇ ਨਾਲ ਜਿੰਨੇ ਵੀ ਫੈਕਟ ਨੇ ਉਹ ਸਾਰੇ ਆਪਾਂ ਕਲੀਅਰ ਕੀਤੇ ਨੇ। ਤਾਂ ਇਹਨੂੰ ਤੁਸੀਂ ਪਲੀਜ਼ ਨੋਟ ਜ਼ਰੂਰ ਕਰ ਲਿਓ ਅਤੇ ਆਪਣਾ ਰਿਵੀਜ਼ਨ ਜ਼ਰੂਰ ਨਾਲ ਦੀ ਨਾਲ ਕਰਦੇ ਰਹੋ, ਠੀਕ ਹੈ ਜੀ। ਤਾਂ ਆਉਣ ਵਾਲੇ ਜਿੰਨੇ ਵੀ ਸੈਸ਼ਨ ਨੇ ਉਹਦੇ ਵਿੱਚ ਅਪਕਮਿੰਗ ਜਿੰਨੀਆਂ ਨਿਊਜ਼ਜ਼ ਨੇ ਅਤੇ ਪ੍ਰੀਵੀਅਸ ਜਿੰਨੇ ਆਪਣੇ 6 ਮੰਥ ਦੇ ਕਰੰਟ ਅਫੇਅਰ ਨੇ ਉਹ ਵੀ ਆਪਾਂ ਕਵਰ ਕਰਦੇ ਰਹਾਂਗੇ। ਜਿੰਨੇ ਇੰਪੋਰਟੈਂਟ ਨੇ ਜਿਹੜੇ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ ਉਹ ਆਪਾਂ ਇਹਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ, ਠੀਕ ਹੈ ਜੀ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਉਹਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਨੂੰ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਕੀ ਤੁਹਾਨੂੰ ਇਹਦੇ ਵਿੱਚ ਸਮਝ ਆਇਆ ਜਾਂ ਕੀ ਸਮਝ ਨਹੀਂ ਆਇਆ, ਠੀਕ ਹੈ ਜੀ। ਤਾਂ ਬਾਕੀ ਵੀ ਆਪਣੇ ਸੈਸ਼ਨ ਜਿੰਨੇ ਆਪਣੇ ਚੱਲ ਰਹੇ ਨੇ ਉਹ ਤੁਸੀਂ ਜ਼ਰੂਰ ਅਟੈਂਡ ਕਰਿਓ, ਜਿਹਦੇ ਵਿੱਚ ਆਪਾਂ ਮਾਸਟਰ ਕੇਡਰ ਦਾ ਜਿਹੜਾ ਸੋਮਵਾਰ ਅਤੇ ਬੁੱਧਵਾਰ ਨੂੰ ਆਪਣਾ ਦੁਪਹਿਰੇ 2 ਵਜੇ ਮਾਸਟਰ ਕੇਡਰ ਦਾ ਸੈਸ਼ਨ ਆਉਂਦਾ SST ਦਾ, ਅਤੇ ਸ਼ੁੱਕਰਵਾਰ ਨੂੰ ਆਪਣਾ ਆਉਂਦਾ ਲੂਸੈਂਟ GK ਦਾ, ਠੀਕ ਹੈ ਜੀ। ਤਾਂ ਉਹ ਵੀ ਸੈਸ਼ਨ ਆਪਣੇ ਤੁਸੀਂ ਅਟੈਂਡ ਕਰਨੇ ਨਾ ਭੁੱਲਿਓ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।